सतनाम श्री वाहिगुरु साहिब जी। चक्र चहन अर बरन जात अर पात नहन जह। रूप रंग अर रेख भेख कऊ कह न सकत कह। अचल मूरत अनभव प्रकाश अमितोज कही जय। कोट इंदर इंदराण साहे साहान गनीजै। तिर भवन महीप सुर नर असुर। नेत नेत बंतरिन कहत। तब सर्वनाम कथा कवन। कर्म नाम वर्णत सुमत। मूक उच्चरै शास्त्र खट। पिंग गिरन चढ़ जाए। अंध लखै बदरो सुनै। जो काल कृपा कराए। कहा बुद्ध प्रभ तुच्छ हमारी। बरन सकै महिमा जो तिहारी। हम ना सकत कर सिबत तुम्हारी। आप लिहो तुम कथा सुधारी। हम ना सकत कर सिफत तुम्हारी। आप लिहो तुम कथा सुधारी। वाहिगुरु जी का खालसा वाहिगुरु जी की फतेह। गुरु की साजी नवाजी साध संगत जी। सतगुरु गरीब नवाज धन धन सतगुरु श्री गुरु ग्रंथ साहिब महाराज। दीन दुनिया दे मालक निमाणिया दे मान निताणिया दे ताण न्योटिया दी ओट। सच्चे पातशाह शब्दा अवतार कल युग दे अवतार श्री गुरु ग्रंथ साहिब महाराज जी दी निੱਘੀ ਗੋਦ ਦਾ ਆਨੰਦ ਮਾਣਦੇ ਸਰੋਤਾ ਜਨੋ। ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਕੇ ਜੋ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੀਨ ਦੁਨੀਆ ਦੇ ਮਾਲਕ ਨੀਲੇ ਦੇ ਸ਼ਾਹ ਸਵਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਪਾਵਨ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਜੀ ਦੇ ਅਰਥ ਭਾਵ ਸਰਵਣ ਕਰ ਰਹੇ ਹੋ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਕਿਰਪਾ ਤੇ ਮਿਹਰ ਦੀ ਨਿਸ਼ਾਨੀ ਹੈ। ਸੋ ਗੁਰੂ ਪਿਆਰਿਓ, ਪਿਛਲੀਆਂ ਪ੍ਰਸੰਗਾਂ ਦੇ ਵਿੱਚ ਆਪਾਂ ਨੇ ਇਹ ਵਿਚਾਰ ਕੀਤੀ ਸੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਪਵਿੱਤਰ ਪੰਕਤੀਆਂ ਹਨ। ਪਾਉਣ ਕੇ ਆਹਾਰ ਜਤੀ ਜਤ ਧਾਰ। ਸਭੈ ਸੁਵਿਚਾਰ ਹਜ਼ਾਰਕ ਦੇਖੈ। ਇੱਥੇ ਤੱਕ ਆਪਾਂ ਵਿਚਾਰ ਕਰ ਲਈ ਸੀ ਵੀ ਕੋਈ ਪੌਣਾਹਾਰੀ ਹੈ, ਭਾਵੇਂ ਕੋਈ ਜਤੀ ਕੋਈ ਜਤ ਧਾਰੀ ਬੈਠਾ ਹੈ, ਕਿਤੇ ਉਹ ਸਰਬ ਦੀ ਵਿਚਾਰ ਇਸ ਤਰ੍ਹਾਂ ਦੇ ਅਨੇਕਾਂ ਹੀ ਉਸ ਪ੍ਰਭੂ ਦੇ ਸਰਗੁਣ ਸਰੂਪ ਹਨ। ਸੋ ਅੱਜ ਇਸ ਤੋਂ ਅੱਗੇ ਜੋ ਆਪਾਂ ਵਿਚਾਰ ਕਰਨੀ ਹੈ ਉਸ ਨੂੰ ਵਿਚਾਰਨ ਵਾਸਤੇ ਆਪਣੀ ਸੁਰਤੀ ਬਿਰਤੀ ਅਤੇ ਮਨ ਦੀ ਇਕਾਗਰਤਾ ਕਰਨ ਵਾਸਤੇ
ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਇੱਕ ਵਾਰ ਪ੍ਰੇਮ ਦੇ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ, ਬਿਨ ਏਕ ਰਤੀ ਏਕ ਨਾ ਲੇਖੈ। ਮਹਾਰਾਜ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿ ਰਹੇ ਨੇ, ਫਰਮਾਨ ਕਰਦੇ ਹਨ, ਭਾਵੇਂ ਕੋਈ ਕੁਝ ਵੀ ਕਿਉਂ ਨਾ ਕਰੇ, ਜਿਤਨੀ ਮਹਾਰਾਜ ਪਿੱਛੇ ਸਾਨੂੰ ਉਪਦੇਸ਼ ਦੇ ਕੇ ਆਏ ਹਨ, ਭਾਵੇਂ ਕੋਈ ਜਤੀ ਹੈ ਸਤੀ ਹੈ, ਕੋਈ ਪੌਣਾ ਦਾ ਆਹਾਰੀ ਹੋ ਜਾਵੇ, ਇਤਨਾ ਸਾਧਨ ਸਾਧ ਲਵੇ, ਫਿਰ ਵੀ ਮਹਾਰਾਜ ਕਹਿੰਦੇ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ। ਉਸ ਭਗਵਾਨ ਦੇ ਭਜਨ ਤੋਂ ਬਿਨਾ ਉਹ ਜਗ ਕਰਨ ਵਾਲੇ ਜਾਂ ਦਾਨ ਕਰਨ ਵਾਲੇ ਰਾਜੇ ਮਹਾਰਾਜੇ ਉਸ ਭਗਵਾਨ ਦੀ ਨਿਗਾਹ ਦੇ ਵਿੱਚ ਨਿਸ਼ਚੈ ਕਰਕੇ ਮਹਾਰਾਜ ਕਹਿੰਦੇ, ਮੈਂ ਕਹਿੰਦਾ ਇੱਕ ਰੱਤੀ ਪ੍ਰੀਤ ਤੋਂ ਬਿਨਾ ਇੱਕ ਰੱਤੀ ਜਿੰਨੇ ਵੀ ਨਹੀਂ ਹਨ ਲੇਖੇ ਵਿੱਚ ਨਹੀਂ ਆਉਣਗੇ। ਭਾਵੇਂ ਕਿਤਨਾ ਵੀ ਕੋਈ ਸਾਧਨ ਕਰ ਲਵੇ, ਰਾਜਾ ਮਹਾਰਾਜਾ ਹੋਵੇ, ਪੁੰਨ ਦਾਨ ਕਰੇ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਭੂਪਤ ਨਾਮ ਰਾਜੇ ਦਾ ਹੈ, ਕਹਿੰਦੇ ਸ੍ਰੀ ਭਗਵਾਨ ਦੀ ਭਜਨ ਤੋਂ ਬਿਨਾ ਉਹ ਇੱਕ ਰੱਤੀ ਦੇ ਵੀ ਲੇਖੇ ਵਿੱਚ ਨਹੀਂ ਆਉਣਗੇ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਨਾਹ ਦੁਰਜਾਨ ਦਲੈਂਗੇ। ਸੂਰਮੇ ਬਹਾਦਰ ਵਫਾਦਾਰ ਸਿਪਾਹੀਆਂ ਦੀ ਫੌਜ ਵੀ ਹੋਵੇ, ਦੁਸ਼ਮਣਾਂ ਨੂੰ ਦਬਾਉਣ ਵਾਲੇ ਵੀ ਹੋਣ, ਸ਼ਸਤਰ ਲੋਹੇ ਦਾ ਸਾਰਾ ਸਮਾਨ ਹੋਵੇ, ਕਬੁੱਧ ਲੋਕਾਂ ਨੂੰ ਦਲ ਦੇਣ ਵਾਲੇ ਸ਼ਕਤੀ ਵੀ ਰੱਖਦੇ ਹੋਣ। ਸੁਧ ਸਿਪਾਹ ਦੁਰੰਤ ਦਬਾਹ, ਦੁਰੰਤ ਪੁੱਠੀ ਬੁੱਧੀ ਵਾਲੇ, ਕੁਬੁੱਧੀ ਵਾਲਿਆਂ ਨੂੰ ਦਬਾਉਣ ਵਾਲੇ, ਸੋ ਸਾਜ ਸੁਨਾਹ ਦੁਰਜਾਨ ਦਲੈਂਗੇ। ਐਨੀ ਤਾਕਤ ਦੇ ਮਾਲਕ ਵੀ ਹੋਣ। ਭਾਰੀ ਗੁਮਾਨ ਭਰੇ ਮਨ ਮੈਂ ਕਰ, ਪਰਬਤ ਪੰਖ ਹਲੇ ਨਾ ਹਲੈਂਗੇ। ਇਹ ਜੋ ਆਪਾਂ ਅੰਮ੍ਰਿਤ ਸਵਈਆਂ ਦੀ ਕਥਾ ਸਰਵਣ ਕਰ ਰਹੇ ਹਾਂ ਖਾਲਸਾ ਜੀ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਹਿੰਦੇ ਭਾਰੀ ਗੁਮਾਨ ਭਰੇ ਮਨ ਮੈਂ ਕਰ। ਭਾਵੇਂ ਇੰਨੀਆਂ ਫੌਜਾਂ ਉਹਨਾਂ ਦੇ ਕੋਲੇ ਹੋਣ, ਬੜਾ ਬਲ ਹੋਵੇ, ਚਤਰੰਗੀ ਸੈਨਾ ਹੋਵੇ, ਵਫਾਦਾਰ ਸਿਪਾਹੀ ਹੋਣ, ਕਹਿੰਦੇ ਫੇਰ ਵੀ ਆਪਣੇ ਬਲ ਦੇ ਮਾਣ ਵਿੱਚ ਭਰੇ ਹੋਏ ਹੋਣ, ਉਹ ਭਾਰੀ ਪਰਬਤਾਂ ਨੂੰ ਫੰਗ ਲਾ ਕੇ ਉਡਾਉਣਾ ਚਾਹਣ, ਉਹ ਕਿਵੇਂ ਹਿਲਾਏ ਜਾਣਗੇ? ਭਾਵ ਕਿ ਨਹੀਂ ਹਿਲਾਏ ਜਾਣਗੇ। ਉਹ ਪਰਬਤ ਪੰਖ ਹਲੇ ਨਾ ਹਲੈਂਗੇ। ਉਸ ਮਹਾਰਾਜ ਦੀ ਸ਼ਕਤੀ ਦੇ ਮੂਹਰੇ ਉਹਨਾਂ ਦੀ ਸ਼ਕਤੀ ਤੁੱਛ ਸਾਬਤ ਹੋ ਜਾਵੇਗੀ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਭਾਵੇਂ ਦੁਸ਼ਮਣ ਨੂੰ ਤੋੜ ਦੇਣ ਵਾਲੇ ਕਿਲੇ ਕੋਟ ਵੀ ਕਿਉਂ ਨਾ ਢਾ ਦੇਣ, ਮਸਤ ਹਾਥੀਆਂ ਨੂੰ ਵੀ ਮਲ ਸੁੱਟਣ ਵਾਲੀ ਸ਼ਕਤੀ ਹੋਵੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਧਾਨ ਚਲੈਂਗੇ। ਐਨੀਆਂ ਬੇਅੰਤ ਸ਼ਕਤੀਆਂ ਦੇ ਮਾਲਕ ਹੋਣ। ਪਰ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ, ਇਹ ਯਕੀਨ ਕਰੋ, ਅਕਾਲ ਪੁਰਖ ਦੀ ਕਿਰਪਾ ਬਿਨਾ ਉਹ ਐਡੇ ਵੱਡੇ ਸੂਰਮੇ ਵੀ ਵਿਚਾਰੇ ਅੰਤ ਸੰਸਾਰ ਨੂੰ ਛੱਡ ਕੇ ਤੁਰ ਜਾਣਗੇ। ਕਿਉਂਕਿ ਖਾਲਸਾ ਜੀ ਪਿੱਛੇ ਮਹਾਰਾਜ ਆਪਾਂ ਨੂੰ ਸਮਝਾ ਕੇ ਆਏ ਹੈ ਵੀ ਜਿਸ ਨੇ ਇਕਾਗਰ ਚਿੱਤ ਹੋ ਕੇ ਇੱਕ ਛਿਣ ਵਾਸਤੇ ਵੀ ਉਸ ਪਰਮੇਸ਼ਰ ਦੀ ਆਰਾਧਨਾ ਕਰ ਲਈ,
ਉਹ ਕਾਲ ਦੀ ਫਾਹੀ ਦੇ ਵਿੱਚ ਨਹੀਂ ਪਵੇਗਾ। ਪਰ ਜੇ ਇੰਨਾ ਸਾਜੋ ਸਮਾਨ ਹੋਣ ਦੇ ਬਾਵਜੂਦ ਵੀ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਨਾ ਹੋਵੇ, ਫਿਰ ਕਹਿੰਦੇ ਸਿਰੀ ਪਤ ਸਿਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ। ਕਿਉਂਕਿ ਇਹ ਸਾਰਾ ਸਮਾਨ ਸਾਜੋ ਸਮਾਨ ਤਾਂ ਇਸ ਜਹਾਨ ਦਾ ਹੈ। ਇਹ ਜਹਾਨ ਨੂੰ ਤਿਆਗ ਕੇ ਕਹਿੰਦੇ ਇੱਥੋਂ ਤੁਰ ਜਾਣਗੇ। ਕੋਈ ਵੀ ਉਹਨਾਂ ਨੂੰ ਹਾਸਲ ਨਹੀਂ ਕੁਛ ਹੋਵੇਗਾ, ਕਿਉਂਕਿ ਭਜਨ ਬੰਦਗੀ ਦੀ ਸ਼ਕਤੀ ਦੇ ਨਾਲ ਹੀ ਕਾਲ ਦੀ ਫਾਹੀ ਤੋਂ ਬਚਿਆ ਜਾ ਸਕਦਾ ਹੈ। ਵੀਰ ਅਪਾਰ ਵੱਡੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ। ਬੇਅੰਤ ਬਲ ਵਾਲੇ ਵੀਰ ਅਪਾਰ ਵੱਡੇ ਬਰਿਆਰ, ਬੇਅੰਤ ਬਲ ਵਾਲੇ ਸੂਰਮੇ ਜਿਹੜੇ ਵੈਰੀ ਲਈ ਭੈ ਪੀਤ ਕਰ ਦਿੰਦੇ ਹੋਣ, ਜਿਨ੍ਹਾਂ ਦਾ ਨਾਂ ਸੁਣ ਕੇ ਵੈਰੀ ਨੂੰ ਦੰਦਲਾਂ ਪੈ ਜਾਣ, ਬਿਨਾਂ ਸੋਚੇ ਤੇ ਠਿਕ ਠਿਕੇ ਦੇ ਨਾਲ ਬੜੇ ਜ਼ੋਰ ਦੇ ਨਾਲ ਤੇਗ ਵਾਹੁਣ ਵਾਲੇ, ਜਿਹੜੇ ਦੇਸ਼ਾਂ ਵਿਦੇਸ਼ਾਂ ਨੂੰ ਫਤਿਹ ਕਰ ਸਕਦੇ ਹੋਣ ਅਤੇ ਦੁਸ਼ਮਣ ਨੂੰ ਵੀ ਅਬਿਚਾਰੇ ਕੀ ਸਾਰਕ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਅਤੇ ਦੁਸ਼ਮਣ ਦੇ ਕਿਲੇ ਕੋਟ ਢਾ ਸਕਦੇ ਹੋਣ ਅਤੇ ਬਲ ਵਿੱਚ ਮਤੇ ਹੋਏ ਹਾਥੀਆਂ ਦੇ ਮਾਣ ਨੂੰ ਤੋੜਨ ਦਾ ਬਲ ਉਹਨਾਂ ਦੀ ਭੁਜਾ ਦੇ ਵਿੱਚ ਹੋਵੇ, ਬਲ ਹੋਵੇ ਉਹਨਾਂ ਦੇ ਵਿੱਚ ਇੰਨਾ ਵੀ ਵੱਡੇ ਵੱਡੇ ਹਾਥੀਆਂ ਨੂੰ ਵੀ ਉਹ ਢਾ ਸਕਦੇ ਹੋਣ। ਭੀਮ ਸੈਨ ਵਰਗੇ ਜਿਨ੍ਹਾਂ ਨੇ ਹਾਥੀ ਚੱਕ ਚੱਕ ਕੇ ਆਕਾਸ਼ ਨੂੰ ਮਾਰੇ। ਤੋਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਣ ਮਲਈਆ। ਗਜ ਨਾਮ ਖਾਲਸਾ ਜੀ ਹਾਥੀ ਦਾ ਹੁੰਦਾ, ਗਜਾਨ ਅਨੇਕਾਂ ਬਹੁਵਚਨ ਹੋ ਗਿਆ। ਇੰਨੀ ਤਾਕਤ ਦੇ ਮਾਲਕ ਵੀ ਹੋਣ, ਹਾਥੀਆਂ ਦੇ ਮਾਣ ਨੂੰ ਵੀ ਤੋੜ ਕੇ ਸੁੱਟ ਸਕਦੇ ਹੋਣ। ਗਾੜੇ ਗੜਾਣ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ। ਸੰਘਣੀਆਂ ਫੌਜਾਂ ਦੇ ਪਹਿਰੇ ਦੇ ਵਿੱਚ ਗਾੜੇ ਗੜਾਣ ਕੇ ਬੜੇ ਮਜ਼ਬੂਤ ਕਿਲੇ ਢਾ ਕੇ ਖਾਕ ਕਰ ਦੇਣ ਵਾਲੇ, ਜੋ ਗੱਲਾਂ ਨਾਲ ਹੀ ਚਾਰੇ ਚੱਕ ਫਤਿਹ ਕਰ ਦੇਣ, ਉਹਨਾਂ ਨੂੰ ਇਹ ਸਾਰਾ ਬਲ ਦੇਣ ਵਾਲਾ ਇੱਕੋ ਇੱਕ ਨਿਰੰਕਾਰ ਹੈ। ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ। ਉਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਉਪਰੋਕਤ ਸ਼ਕਤੀਆਂ ਜਿੰਨੀਆਂ ਬਿਆਨ ਕੀਤੀਆਂ ਸਤਿਗੁਰੂ ਜੀ ਨੇ, ਦੇਣ ਵਾਲਾ ਇੱਕੋ ਇੱਕ ਸਾਹਿਬ ਹੈ, ਜੋ ਸਭ ਦੇ ਪੂਜਣ ਯੋਗ ਹੈ, ਸੀਸ ਨਿਵਾਉਣ ਯੋਗ ਹੈ। ਇਹੋ ਜਿਹੇ ਮੰਗਤੇ ਦਾ ਮਹਾਰਾਜ ਕਹਿੰਦੇ ਬੇਅੰਤ ਬੇਅੰਤ ਹੀ ਹਨ, ਪਰ ਸਭ ਨੂੰ ਦਾਨ ਦੇਣ ਵਾਲਾ ਇੱਕੋ ਹੀ ਹੈ। ਸਾਹਿਬ ਸ੍ਰੀ ਨਾਮ ਸੁਭਾਏਮਾਨ ਸ਼੍ਰੋਮਣੀ ਦਾ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਨਾਇਕ ਨਾਮ ਹੁੰਦਾ ਮਾਲਕ ਦਾ, ਸਾਰਿਆਂ ਦੇ ਸਿਰਾਂ ਦਾ ਮਾਲਕ। ਜਾਚਕ ਅਨੇਕ ਸੋ ਏਕ ਦਵਈਆ, ਦੇਣ ਵਾਲਾ ਸਿਰਫ ਇੱਕੋ ਹੀ ਹੈ। ਮਹਾਰਾਜ ਕਹਿੰਦੇ ਇਸ ਸਿਧਾਂਤ ਨੂੰ ਆਪਣੇ ਮਨ ਦੇ ਵਿੱਚ ਖਾਲਸਾ ਜੀ ਦ੍ਰਿੜ ਕਰ ਲਵੋ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੁੱਟ ਨਾ ਆਵਈ ਅਗਣਤ ਭਰੇ ਭੰਡਾਰ। ਉਹਦੇ ਭੰਡਾਰਾਂ ਦੇ ਵਿੱਚ ਕਦੇ ਵੀ ਟੋਟਾ ਨਹੀਂ ਆਉਂਦਾ ਹੈ। ਉਸੇ ਚੀਜ਼ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਸਿਧਾਂਤ ਨੂੰ ਇੱਥੇ ਸਾਨੂੰ ਜਣਾ ਰਹੇ ਆ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਾਰਿਆਂ ਦਾ ਮਾਲਕ ਹੈ। ਜਾਚਕ ਮਹਾਰਾਜ ਕਹਿੰਦੇ ਜਾਚਕ ਅਨੇਕ ਸੋ ਏਕ ਦਵਈਆ। ਮੰਗਣ ਵਾਲੇ ਅਨੇਕਾਂ ਹੀ ਨੇ ਐਸੇ ਮੰਗਤੇ,
ਪਰ ਦੇਣ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਇੱਕੋ ਹੀ ਹੈ। ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪਾਂਗੇ। ਦੈਂਤ ਜਾਂ ਦੇਵਤੇ ਭਾਵੇਂ ਸ਼ੇਸ਼ ਨਾਗ ਵੀ ਕਿਉਂ ਨਾ ਹੋਵੇ, ਜੋ ਬੀਤੇ ਸਮੇਂ ਵਿੱਚ ਹੋ ਚੁੱਕੇ ਜਾਂ ਇਸ ਸਮੇਂ ਦੇ ਵਿੱਚ ਮੌਜੂਦ ਹਨ ਜਾਂ ਆਉਣ ਵਾਲੇ ਸਮੇਂ ਵਿੱਚ ਹੋਣਗੇ, ਉਹ ਅਹੰਕਾਰ ਦੇ ਡੰਡੇ ਤੇ ਖਲੋ ਕੇ ਕਿਤਨੀਆਂ ਵੀ ਛਾਲਾਂ ਕਿਉਂ ਨਾ ਮਾਰਨ, ਉਹ ਅੰਤ ਦੇ ਵਿੱਚ ਉਸ ਦਾ ਜਾਪ ਹੀ ਕਰਨਾ ਪਵੇਗਾ। ਬਿਨਾ ਭਜਨ ਤੋਂ ਕੋਈ ਛੁਟਕਾਰਾ ਨਹੀਂ ਹੋਏਗਾ। ਦਾਨਵ ਦੇਵ ਫਨਿੰਦ ਨਿਸ਼ਾਚਰ ਭੂਤ ਭਵਿੱਖ ਭਵਾਨ ਜਪਾਂਗੇ। ਭਾਵੇਂ ਕੋਈ ਦੈਂਤ ਹੈ, ਭਾਵੇਂ ਦੇਵਤਾ ਹੈ, ਭਾਵੇਂ ਸ਼ੇਸ਼ਨਾਗ ਹੈ, ਇਸ ਸਮੇਂ ਦਾ ਹੈ, ਬੀਤੇ ਹੋਏ ਸਮੇਂ ਦਾ ਹੈ, ਆਉਣ ਵਾਲੇ ਸਮੇਂ ਵਿੱਚ ਜਿਤਨੀਆਂ ਮਰਜ਼ੀ ਛਾਲਾਂ ਮਾਰ ਲੈਣ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਜਿਤਨਾ ਮਰਜ਼ੀ ਅਡੰਬਰ ਰਚ ਲੈਣ, ਪਰ ਉਹਨਾਂ ਨੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਜਾਪ ਕਰੇ ਤੋਂ ਮੁਕਤੀ ਪ੍ਰਾਪਤ ਹੋਵੇਗੀ। ਭਗਵਾਨ ਜਪਾਂਗੇ। ਉਹਨਾਂ ਨੂੰ ਅੰਤ ਕਾਲ ਦੇ ਵਿੱਚ ਉਹਨਾਂ ਨੂੰ ਸਿਰਫ ਤੇ ਸਿਰਫ ਜਾਪ ਕਰਕੇ ਮੁਕਤੀ ਪ੍ਰਾਪਤ ਹੋਵੇਗੀ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ। ਜਿਤਨੇ ਵੀ ਜੀਵ ਜਲ ਵਿੱਚ ਜਾਂ ਧਰਤੀ ਉੱਤੇ, ਇਹਨਾਂ ਨੂੰ ਤਾਂ ਉਹ ਪਲ ਵਿੱਚ ਥਾਪ ਦਿੰਦਾ। ਇਹ ਕਿਸੇ ਦੇ ਮਾਰਨ ਜਾਂ ਜਿਵਾਉਣ ਦਾ ਮੁਹਤਾਜ ਨਹੀਂ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ। ਉਹ ਐਡੀ ਵੱਡੀ ਸ਼ਕਤੀ ਦਾ ਮਾਲਕ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ। ਇੱਕ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ, ਇੱਕ ਅੱਖ ਦੇ ਫੋਰ ਜਿੰਨੀ ਦੇਰ 'ਚ ਆਪਾਂ ਅੱਖ ਝਪਕਦੇ ਆ ਤੇ ਖੋਲ੍ਹਦੇ ਆ, ਐਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਦੀ ਲੈਤਾ ਤੇ ਉਤਪਤੀ ਕਰ ਸਕਦਾ। ਅੱਜ ਦੇ ਜਿਹੜੇ ਚੁੰਚ ਗਿਆਨੀ ਆ ਉਹਨਾਂ ਨੂੰ ਸ਼ਾਇਦ ਇਹ ਗੱਲ ਨਾ ਸਮਝ ਲੱਗੇ, ਕਿੰਤੂ ਪਰੰਤੂ ਕਰਦੇ ਆ। ਪਰ ਭਾਈ ਉਹ ਮਾਲਕ ਸਮਰੱਥ ਹੈ, ਉਹਦੀ ਸਮਰੱਥਾ ਬਾਰੇ ਕੋਈ ਜਾਣ ਨਹੀਂ ਸਕਦਾ। ਇਸ ਕਰਕੇ ਮਹਾਰਾਜ ਸਾਨੂੰ ਸਮਝਾ ਰਹੇ ਆ, ਗੁਰੂ ਕੇ ਪਿਆਰਿਓ, ਕਹਿੰਦੇ ਉਹ ਦੇਣ ਵਾਲਾ ਇੱਕੋ ਹੀ ਹੈ, ਉਹ ਸਾਰਿਆਂ ਦਾ ਮਾਲਕ ਹੈ। ਅਤੇ ਜਿੰਨੇ ਜੀਵ ਜਲ ਦੇ ਵਿੱਚ ਹੈ, ਥਲ ਦੇ ਵਿੱਚ ਹੈ, ਉਹ ਸਾਰਿਆਂ ਨੂੰ ਥਾਪ ਦਿੰਦਾ, ਉਹਨਾਂ ਨੂੰ ਲੈ ਵੀ ਕਰ ਸਕਦਾ ਤੇ ਉਹ ਕਿਸੇ ਦਾ ਮੁਹਤਾਜ ਨਹੀਂ ਹੈ। ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ। ਜਿਤਨੇ ਵੀ ਪੁੰਨਾਂ ਦੇ ਪ੍ਰਤਾਪ ਦੇ ਵਧਣ ਦੀ ਆਵਾਜ਼ ਆਉਂਦੀ ਹੈ, ਉਨੇ ਹੀ ਪਾਪਾਂ ਦੇ ਬਹੁਤ ਸਾਰੇ ਦਲ ਖਾਪੇ ਜਾਣਗੇ। ਪੁੰਨ ਪ੍ਰਤਾਪਨ ਬਾੜ ਜੈ ਧੁਨ, ਧੁਨ ਨਾਮ ਆਵਾਜ਼ ਦਾ ਹੁੰਦਾ ਖਾਲਸਾ ਜੀ। ਪਾਪਨ ਕੇ ਉਹ ਪੁੰਜ ਖਪਾਂਗੇ। ਜਿਤਨੀਆਂ ਵੀ ਪੁੰਨਾਂ ਦੇ ਪ੍ਰਤਾਪ ਦੇ ਵਧਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਪਾਪਾਂ ਦੇ ਦਲ ਉਹ ਸਾਰੇ ਖਪਾ ਦੇਣਗੇ ਮਹਾਰਾਜ। ਸਾਧ ਸਮੂਹ ਪ੍ਰਸੰਨ ਫਿਰੈ ਜਗ, 70 ਸਭੈ ਅਵਲੋਕ ਚਪਾਂਗੇ। ਅੰਤ ਨੂੰ ਸਾਧਾਂ ਦੇ ਸਮੂਹ ਮੰਡਲੀਆਂ ਪ੍ਰਸੰਨ ਹੋ ਕੇ ਬੇਖੌਫ ਇਹ ਸੰਸਾਰ ਦੇ ਵਿੱਚ ਫਿਰਨਗੇ ਅਤੇ ਦੁਸ਼ਮਣ ਸਾਰੇ ਖਤਮ ਹੋ ਜਾਣਗੇ। ਇਹ ਖਾਲਸਾ ਜੀ ਸਾਡੇ ਵਾਸਤੇ ਇਸ਼ਾਰਾ ਦੇ ਰਹੇ ਹੈ ਮਹਾਰਾਜ ਵੀ ਸਾਨੂੰ ਕਿਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦੇ ਕਰਮ ਕਰਨੇ ਚਾਹੀਦੇ ਆ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਜਿਹੜੇ ਸਾਧੂ ਆਪਣੇ ਮਨ ਨੂੰ, ਆਪਣੇ ਕਰਮ ਇੰਦਰੀਆਂ ਨੂੰ, ਆਪਣੇ ਗਿਆਨ ਇੰਦਰੀਆਂ ਨੂੰ ਸਾਧ ਲੈਣਗੇ, ਉਹ ਇਹ ਸੰਸਾਰ ਦੇ ਵਿੱਚ ਸੁਖੀ ਫਿਰਨਗੇ। ਪ੍ਰਸੰਨ ਭਾਵ ਸੁਖੀ,
ਖੁਸ਼ ਪ੍ਰਸੰਨ ਹੋ ਕੇ ਉਹਨਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੋਵੇਗਾ। ਇਸ ਜਗਤ ਦੇ ਵਿੱਚ ਉਹ ਫਿਰਨਗੇ, ਆਨੰਦ ਮਾਣਨਗੇ, 70 ਸਵੈ ਅਵਲੋਕ ਚ ਪੈਣਗੇ। ਬਾਕੀ ਜਿਹੜੇ ਦੁਸ਼ਮਣ ਨੇ ਉਹ ਖਤਮ ਹੋ ਜਾਣਗੇ। ਮਾਨਵ ਇੰਦਰ ਗਜਿੰਦਰ ਨਰਾਦਪ ਜੋਨ ਤਰਲੋਕ ਕੋ ਰਾਜ ਕਰਾਂਗੇ। ਭਾਵੇਂ ਕੋਈ ਮਾਨਸ ਹੈ, ਭਾਵੇਂ ਦੇਵਾਂ ਦਾ ਰਾਜਾ ਇੰਦਰ ਹੈ, ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਤਿੰਨਾਂ ਲੋਕਾਂ ਦਾ ਰਾਜਾ ਵੀ ਕਿਉਂ ਨਾ ਰਾਜ ਕਰਦਾ ਹੋਵੇ, ਇੰਦਰ ਗਜਿੰਦਰ ਨਰਾਦਪ ਜੋਨ ਤ੍ਰਿਲੋਕ ਤਿੰਨਾਂ ਲੋਕਾਂ ਦਾ ਰਾਜ ਕਰੇ, ਤਿੰਨਾਂ ਲੋਕਾਂ ਦਾ ਰਾਜ ਕਰਨ ਵਾਲਾ ਹੋਵੇ। ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਯੰਬਰ ਸਾਜ ਬਰਾਂਗੇ। ਕਹਿੰਦੇ ਭਾਵੇਂ ਤਿੰਨਾਂ ਲੋਕਾਂ ਦਾ ਰਾਜ ਕਰਨ ਵਾਲਾ ਹੋਵੇ, ਭਾਵੇਂ ਕਰੋੜਾਂ ਹੀ ਤੀਰਥਾਂ ਦਾ ਇਸ਼ਨਾਨ ਕਿਉਂ ਨਾ ਕਰ ਲਵੇ, ਹਾਥੀ ਆਦਿਕਾਂ ਦਾ ਦਾਨ ਕਰ ਲਵੇ ਅਤੇ ਅਨੇਕਾਂ ਸੁਅੰਬਰ ਜਿੱਤ ਕੇ ਇਸਤਰੀਆਂ ਨੂੰ ਵਰ ਲਵੇ। ਹਜੇ ਮਹਾਰਾਜ ਅਵਸਥਾਵਾਂ ਦੱਸ ਰਹੇ ਆ ਜਿੰਨੀਆਂ ਪ੍ਰਾਪਤੀਆਂ ਕਰਨ ਵਾਸਤੇ ਸੰਸਾਰੀ ਜੀਵ ਦੌੜਦੇ ਆ, ਲੋਚਦੇ ਆ, ਭੱਜਦੇ ਆ, ਨੱਠਦੇ ਆ। ਮਹਾਰਾਜ ਉਹ ਸਮਝਾ ਰਹੇ ਆ ਇੰਦਰ ਗਜਿੰਦਰ ਨਰਾਦਪ ਜੋਨ ਤਰਲੋਕ ਕੋ ਰਾਜ ਕਰਾਂਗੇ, ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰਾਂਗੇ। ਹੁਣ ਮਹਾਰਾਜ ਦੱਸਦੇ ਆ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਵਸੇ ਜਮ ਫਾਸ ਪਰਾਂਗੇ। ਇਹ ਮਹਾਰਾਜ ਜੀ ਦਾ ਸਿਧਾਂਤ ਹੈ, ਜਿਹੜੇ ਕਹਿੰਦੇ ਆ ਦਸਮ ਗ੍ਰੰਥ ਸਾਹਿਬ ਦੇ ਵਿੱਚ ਜੀ ਦੇਵਤਿਆਂ ਦੀ ਉਸਤਤੀ ਕਰੀ ਹੈ, ਦੇਵੀਆਂ ਦੀ ਉਸਤਤੀ ਕਰੀ ਹੈ। ਆਹ ਦੇਖ ਲਓ ਹੁਣ ਮਹਾਰਾਜ ਕੀ ਕਹਿ ਰਹੇ ਆ, ਆਪਣੇ ਕੰਨ ਖੋਲ ਕੇ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਨੂੰ ਸਰਵਣ ਕਰੋ। ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਮਹਾਰਾਜ ਕਹਿੰਦੇ ਅੰਤ ਫਸੇ ਜਮ ਫਾਸ ਪਰਾਂਗੇ। ਭਾਵੇਂ ਬ੍ਰਹਮਾ ਹੈ, ਭਾਵੇਂ शिव जी ਹੈ, ਭਾਵੇਂ ਵਿਸ਼ਨੂੰ ਹੈ, ਭਾਵੇਂ ਇੰਦਰ ਹੈ, ਉਹਨਾਂ ਦਾ ਵੀ ਅੰਤ ਹੋ ਜਾਏਗਾ। ਕਹਿੰਦੇ ਉਹ ਜਮਾਂ ਦੀ ਫਾਂਸੀ ਦੇ ਵਿੱਚ ਫਸਣਗੇ ਔਰ ਜ਼ਰੂਰ ਬਰ ਜ਼ਰੂਰ ਫਸਣਗੇ। ਇਹ ਮਹਾਰਾਜ ਜੀ ਦਾ ਸਿਧਾਂਤ ਹੈ। ਦੱਸੋ ਹੁਣ ਗੁਰੂ ਕੇ ਪਿਆਰਿਓ ਕਿੱਥੇ ਫਰਕ ਰਹਿ ਗਿਆ ਹੁਣ? ਸੋ ਇਕਾਗਰ ਹੋਣ ਦੀ, ਆਪਣੀ ਸੁਰਤੀ ਬਿਰਤੀ ਨੂੰ ਉੱਚੇ ਲੈ ਕੇ ਜਾਣ ਦੀ ਗੱਲ ਹੈ। ਜੇ ਨਰ ਸ੍ਰੀ ਪਤ ਕੇ ਪਰਸ ਹੈ ਭਗਤੇ ਨਰ ਫੇਰ ਨਾ ਦੇਹ ਧਰਾਂਗੇ। ਹੁਣ ਮਹਾਰਾਜ ਸਾਨੂੰ ਜਵਾਬ ਦਿੰਦੇ ਆ, ਹਾਂ ਜੀ ਜਿਹੜੇ ਪੁਰਸ਼ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਗੇ ਉਹ ਜਨਮ ਮਰਨ ਤੋਂ ਮੁਕਤ ਹੋ ਜਾਣਗੇ। ਭਾਵੇਂ ਦੇਵਤੇ ਹੈ, ਦੈਂਤ ਹੈ, ਉਹ ਮੁਕਤ ਨਹੀਂ ਹਨ ਖਾਲਸਾ ਜੀ। ਪਰ ਜਿਹੜੇ ਪੁਰਸ਼ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਗੇ ਉਹਨਾਂ ਨੂੰ ਅਵਸ਼ਯ ਹੀ ਨਿਸ਼ਚੈ ਵਾਚਕ ਮੁਕਤੀ ਦੀ ਪ੍ਰਾਪਤੀ ਹੋਵੇਗੀ। ਉਹਨਾਂ ਨੂੰ ਫਿਰ ਇਹ ਸੰਸਾਰ ਦੇ ਜਨਮ ਮਰਨ ਦੇ ਵਿੱਚ ਆਉਣਾ ਨਹੀਂ ਪਏਗਾ, 84 ਦਾ ਗੇੜਾ ਨਹੀਂ ਪਏਗਾ। ਨਾ ਤੇ ਨਰ ਫੇਰ ਨਾ ਦੇਹ ਧਰਾਂਗੇ, ਉਹਨਾਂ ਨੂੰ ਫਿਰ ਦੇਹ ਨਹੀਂ ਧਰਨੀ ਪਵੇਗੀ। ਕਹਾ ਭਿਓ ਜੋ ਦੋ ਲੋਚਨ ਮੋਂਦ ਕੈ ਬੈਠ ਰਹੋ ਬਕ ਧਿਆਨ ਲਗਾਇਓ। ਹੁਣ ਮਹਾਰਾਜ ਫੇਰ ਸਾਨੂੰ ਸਮਝਾਉਂਦੇ ਅੱਗੇ, ਕਹਿੰਦੇ ਕਿਆ ਹੋਇਆ ਜੇ ਦੋਵੇਂ ਨੇਤਰ ਬੰਦ ਕਰਕੇ ਬੈਠ ਗਿਆ, ਚਿੱਤ ਦੇ ਵਿੱਚ ਬੁਰੇ ਖਿਆਲਾਤ ਹੀ ਦੁਹਰਾ ਰਿਹਾ, ਬਗਲਾ ਧਿਆਨੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਬਾਰੇ ਬਹੁਤ ਮਹਾਰਾਜ ਨੇ ਲਿਖਿਆ, ਬਗ ਜਿਉ ਲਾਏ ਵਹਿ ਨਿਤ ਧਿਆਨਾ।
ਕਹਿੰਦੇ ਬਗਲੇ ਵਾਂਗੂ ਅੱਖਾਂ ਮੀਚ ਕੇ ਰੋਜ਼ ਬੈਠਦਾ, ਧਿਆਨ ਲਵਾਉਂਦਾ। ਤੇ ਇਸ ਤੇ ਮਹਾਰਾਜ ਕਹਿ ਰਹੇ ਆ, ਕਹਾਂ ਭਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕੀ ਹੋ ਗਿਆ? ਕਹਿੰਦੇ ਫਿਰ ਲੋਕ ਉਹਨਾਂ ਨੂੰ ਪੁੱਜੀ ਜਾਂਦੇ ਆ। ਕਹਿੰਦੇ ਨਹੀਂ ਭਾਈ, ਨਾਹਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗਵਾਇਓ। ਕਹਿੰਦੇ ਜੇ ਦਿਲ ਪਵਿੱਤਰ ਨਹੀਂ, ਸੱਤਾਂ ਸਮੁੰਦਰਾਂ ਤੇ ਨਹਾਉਂਦੇ ਫਿਰੇ, ਉਸਦੇ ਨਾ ਆਹ ਲੋਕ ਤੇ ਅਗਲਾ ਪਰਲੋਕ ਦੋਵੇਂ ਗਵਾ ਲਏ। ਕਿਉਂਕਿ ਮਨ ਦੀ ਪਵਿੱਤਰਤਾਈ ਨੂੰ, ਸ਼ੁੱਧਤਾਈ ਨੂੰ ਪਰਮੇਸ਼ਰ ਨੇ ਪ੍ਰਵਾਨ ਕਰਨਾ। ਖਾਲਸਾ ਜੀ, ਇਹ ਸਰੀਰ ਜਿਹੜਾ ਹੈ ਇਹਦੀ ਸ਼ੁੱਧਤਾਈ ਇੰਨੀ ਮਹੱਤਤਾ ਨਹੀਂ ਰੱਖਦੀ ਜਿੰਨੀ ਮਨ ਦੀ ਪਵਿੱਤਰਤਾਈ ਨੂੰ ਪਰਮੇਸ਼ਰ ਪਿਆਰ ਕਰਦਾ ਹੈ। ਜੇ ਨਹਾਉਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਇਸ਼ਨਾਨ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਖਾਲਸਾ ਜੀ, ਫਿਰ 42 ਲੱਖ ਜੀਵ ਜਲ ਦੇ ਵਿੱਚ ਹੈ। 42 ਲੱਖ ਜੀਵ ਜਲ ਦੇ ਵਿੱਚ ਹੈ। ਫਿਰ ਉਹ ਮੁਕਤ ਹੋ ਜਾਂਦੇ ਸਾਰੇ, ਉਹ ਪਾਣੀ 'ਚ ਹੀ ਰਹਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਨਾਹਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਕਹਿੰਦਾ ਜੇ ਮਨ ਪਵਿੱਤਰ ਨਹੀਂ ਹੁੰਦਾ ਫਿਰ ਤੀਰਥਾਂ ਦੇ ਇਸ਼ਨਾਨ ਦਾ ਕੋਈ ਲਾਭ ਨਹੀਂ ਹੈ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਅਤੇ ਕੁਸੰਗਤ ਵਿਸ਼ਈ ਪੁਰਸ਼ਾਂ ਵਿੱਚ ਬੈਠ ਕੇ ਐਵੇਂ ਉਮਰ ਗਵਾ ਦਿੱਤੀ। ਗੱਪਾਂ ਮਾਰੋ, ਗੱਲਾਂ ਮਾਰੀ ਜਾਓ, ਮਨੋਰੰਜਨ ਕਰਦਾ ਰਿਹਾ। ਜੂਆ, ਤਾਸ਼, ਟੈਲੀਵਿਜ਼ਨ, ਕਈ ਖੇਡਾਂ ਵਿੱਚ ਸਮਾਂ ਬਤੀਤ ਕਰ ਦਿੰਦੇ ਆ। ਬਾਸ ਕੀਓ ਬਖਿਆਨ ਸੋ ਬੈਠ ਕੇ ਕਹਿੰਦੇ ਗੱਲਾਂ ਹੀ ਮਾਰਦੇ ਰਹੇ ਸਾਰੀ ਜ਼ਿੰਦਗੀ। ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਰਾ ਸਮਾਂ ਲੰਘਾ ਦਿੱਤਾ। ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਖਾਲਸਾ ਜੀ, ਸ੍ਰੀ ਦਸ਼ਮੇਸ਼ ਗੁਰੂ ਜੀ ਕਹਿੰਦੇ ਮੈਂ ਸੱਚ ਕਹਿੰਦਾ, ਸਾਰੇ ਸੁਣ ਲਵੋ। ਸਾਚ ਕਹੋ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ। ਕਿਹਨਾਂ ਨੇ ਪ੍ਰੇਮ ਕੀਤਾ? ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ। ਕਿੰਨੇ ਕੁ ਨਾਮ ਲਈਏ ਸ਼ਹੀਦਾਂ ਸਿੰਘਾਂ ਦੇ। ਉਹਨਾਂ ਨੇ ਸਤਿਗੁਰੂ ਜੀ ਦੀ ਇਸ ਪਵਿੱਤਰ ਬਾਣੀ ਦੇ ਉਪਦੇਸ਼ ਨੂੰ ਸਮਝਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰਨ ਵਾਲਿਆਂ ਨੂੰ ਹੀ ਮਿਲਦਾ, ਪਖੰਡੀਆਂ ਨੂੰ ਨਹੀਂ ਮਿਲਦਾ। ਖਾਲਸਾ ਜੀ, ਭਾਵੇਂ ਜਿਤਨੀਆਂ ਮਰਜ਼ੀ ਲਾਲ ਬੱਤੀਆਂ ਲਾ ਲਵੋ, ਜਿਤਨੇ ਮਰਜ਼ੀ ਲੰਬੇ ਲੰਬੇ ਚੋਲੇ ਪਾ ਲਵੋ, ਜਦੋਂ ਤੱਕ ਅਸਲ ਪ੍ਰੇਮ ਦੀ ਖੇਡ ਨਹੀਂ ਬਣੇਗੀ ਹਿਰਦੇ ਦੇ ਵਿੱਚ, ਜਦੋਂ ਤੱਕ ਪ੍ਰੇਮ ਨਹੀਂ ਉਪਜੇਗਾ, ਸੱਚਾ ਪ੍ਰੇਮ, ਮਹਾਰਾਜ ਕਹਿੰਦੇ ਉਦੋਂ ਤੱਕ ਪ੍ਰਾਪਤੀ ਨਹੀਂ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹਦੇ ਵਾਸਤੇ? ਕਹਿੰਦੇ ਕੋਈ ਪੱਥਰ ਦੀ ਪੂਜਾ ਕਰ ਰਿਹਾ, ਕਿਸੇ ਨੇ ਸ਼ਿਵਲਿੰਗ ਗਲੇ ਵਿੱਚ ਲਟਕਾਇਆ ਹੋਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਪੱਥਰ ਦੀ ਉਹ ਪੂਜਾ ਕਰ ਰਿਹਾ। ਕਾਹੂ ਲੈ ਲਿੰਗ ਗਰੇ ਲਟਕਾਇਓ, ਕਈਆਂ ਨੇ ਸ਼ਿਵਲਿੰਗ ਗਲੇ ਵਿੱਚ ਪਾਇਆ ਹੋਇਆ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਵਾਇਓ। ਖਾਲਸਾ ਜੀ, ਇਹ ਪ੍ਰੇਮ ਤੋਂ ਵਿਹੂਣਿਆਂ ਦੀ ਗੱਲ ਕਰ ਰਹੇ ਆ ਮਹਾਰਾਜ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਨਹੀਂ ਹੈ। ਪਹਿਲਾਂ ਦੱਸ ਕੇ ਆਏ ਨੇ, ਐਵੇਂ ਨਾ ਭਰਮ ਕਰ ਜਿਓ ਵੀ ਕਿਸੇ ਧਰਮ ਦਾ ਜਾਂ ਕਿਸੇ ਜਾਤੀ ਦਾ, ਵਰਗ ਦਾ ਮਹਾਰਾਜ ਖੰਡਨ ਕਰ ਰਹੇ ਆ। ਮਹਾਰਾਜ ਉਹਨਾਂ ਦਾ ਖੰਡਨ ਕਰ ਰਹੇ ਆ ਖਾਲਸਾ ਜੀ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੀ ਪ੍ਰੇਮ, ਸੱਚਾ ਪ੍ਰੀਤ
ਸੱਚੀ ਪ੍ਰੀਤ ਨਹੀਂ ਹੈ ਆਪਣੇ ਪਰਮੇਸ਼ਰ ਦੇ ਨਾਲ। ਮਹਾਰਾਜ ਕਹਿੰਦੇ ਕੋਈ ਹਰੀ ਨੂੰ ਚੜ੍ਹਦੇ ਪਾਸੇ ਉਹਨੂੰ ਮੰਨ ਰਿਹਾ, ਕੋਈ ਪਿੱਛੇ ਨੂੰ ਮੰਨ ਰਿਹਾ, ਉਹ ਉੱਧਰ ਨੂੰ ਸੱਚਦੇ ਕਰੀ ਜਾਂਦਾ, ਡੁੱਬਦੇ ਵੱਲ ਨੂੰ। ਮਹਾਰਾਜ ਕਹਿੰਦੇ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ। ਅਵਾਚੀ ਦਿਸ਼ਾ ਜਿੱਥੋਂ ਸੂਰਜ ਚੜ੍ਹਦਾ, ਚੜ੍ਹਦੇ ਪਾਸੇ ਨੂੰ ਰੱਬ ਮੰਨੀ ਜਾਂਦੇ ਆ, ਪਾਣੀ ਚੜ੍ਹਾਈ ਜਾ ਰਹੇ ਆ। ਇੱਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਪਿਛਾਂਹ ਨੂੰ ਸੀਸ ਨਵਾਇਓ, ਵੀ ਪਿੱਛੇ ਨੂੰ ਹੈ। ਜਿਹੜੇ ਮੁਹੰਮਦ ਸਾਹਿਬ ਦੇ ਅਨੁਯਾਈ ਹੈ ਉਹ ਪਿੱਛੇ ਨੂੰ ਸੀਸ ਨਵਾਈ ਜਾਂਦੇ ਆ। ਮਹਾਰਾਜ ਧਰਮ ਦਾ ਖੰਡਨ ਨਹੀਂ ਕਰ ਰਹੇ, ਖਾਲਸਾ ਜੀ ਸਮਝਾਉਣ ਵਾਸਤੇ ਸਾਨੂੰ ਦੱਸ ਰਹੇ ਹੈ ਵੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਨਹੀਂ ਹੈ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਵੇਗੀ। ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਰਤਾਨ ਕੋ ਪੂਜਨ ਧਾਇਓ। ਪਸ ਨਾਮ ਹੈ ਪਸ਼ੂ ਦਾ, ਤੇ ਪਸ਼ੂ ਹੁੰਦਾ ਬੇਸਮਝ। ਕੋਈ ਬੇਸਮਝ ਧਾਤ ਪੱਥਰ ਮਿੱਟੀ ਆਦਿਕ ਦੇ ਬੁੱਤ ਪੂਜ ਰਿਹਾ, ਕੋਈ ਆ ਮੜੀਆਂ ਕਬਰਾਂ ਨੂੰ ਪੂਜਦਾ ਫਿਰਦਾ। ਮਹਾਰਾਜ ਕਹਿੰਦੇ ਕਉ ਬਤਾਨ, ਬੁੱਤਾਂ ਨੂੰ ਪੂਜਤ ਹੈ ਬਸ, ਕਉ ਬਤਾਨ ਕੋ ਪੂਜਤ ਹੈ ਬਸ। ਆਪ ਹੀ ਉਹਨੂੰ ਮੂਰਤੀ ਬਣਾ ਕੇ ਪੂਜ ਰਿਹਾ ਹੈ। ਕਉ ਮਰਤਾਨ ਕੋ ਪੂਜਨ ਧਾਇਓ, ਕੋਈ ਕਬਰਾਂ ਨੂੰ ਮੜੀਆਂ ਨੂੰ ਪੂਜਦਾ ਫਿਰਦਾ ਹੈ। ਕੂੜ ਕਿਰਿਆ ਔਰ ਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਕਹਿੰਦੇ ਇਹ ਗੁਰੂ ਕੇ ਪਿਆਰਿਓ, ਸਾਰਾ ਹੀ ਜਗ ਝੂਠੀ ਕਿਰਿਆ ਵਿੱਚ ਲੱਗਿਆ ਫਿਰਦਾ ਹੈ। ਸ਼੍ਰੀ ਭਾਵ ਸ਼੍ਰੋਮਣੀ ਪਰਮ ਪਿਤਾ ਮਾਇਆਪਤੀ ਕੁਦਰਤ ਦੇ ਮਾਲਕ ਕਾਦਰ ਵਾਹਿਗੁਰੂ ਦਾ ਕਿਸੇ ਨੇ ਭੇਦ ਨਹੀਂ ਪਾਇਆ ਹੈ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਜੋ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ, ਕੋ ਭੇਦ ਨਾ ਪਾਇਓ। ਉਹਨਾਂ ਦਾ ਭੇਦ ਨਹੀਂ ਪਾਣਾ ਕੀਤਾ ਹੈ। ਉਹਨਾਂ ਦੇ ਭੇਦ ਬਾਰੇ ਇਹਨਾਂ ਨੂੰ ਝੂਠਿਆਂ ਨੂੰ ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਪਰਮੇਸ਼ਰ ਕਿੱਥੇ ਵਸਦਾ ਹੈ, ਕਿਵੇਂ ਪ੍ਰਾਪਤ ਹੁੰਦਾ ਹੈ। ਤੇ ਸਾਨੂੰ ਗੁਰੂ ਕੇ ਖਾਲਸਾ ਜੀ, ਸਾਨੂੰ ਮਹਾਰਾਜ ਸਮਝਾ ਰਿਹਾ ਵੀ ਸੱਚੀ ਪ੍ਰੀਤ ਦੇ ਨਾਲ, ਸੱਚੇ ਪ੍ਰੇਮ ਦੇ ਨਾਲ ਸਾਨੂੰ ਉਸ ਵਾਹਿਗੁਰੂ ਮਹਾਰਾਜ ਜੀ ਦੀ ਪ੍ਰਾਪਤੀ ਹੋਣੀ ਹੈ। ਤਾ ਪ੍ਰਸਾਦ ਤੋਮਰ ਛੰਦ, ਹਰ ਜਨਮ ਮਰਨ ਬਹੀਨ, ਦਸ ਚਾਰ ਚਾਰ ਪ੍ਰਵੀਨ। ਉਹ ਜੋ ਵਾਹਿਗੁਰੂ ਹੈ ਖਾਲਸਾ ਜੀ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੋਮਰ ਛੰਦ ਉਚਾਰ ਰਹੇ ਹੈ। ਤੋਮਰ ਛੰਦ ਇਹ ਇਸ ਤੋਂ ਅੱਗੇ ਲਘੂ ਨਿਰਾਜ ਛੰਦ ਆਉਣਾ ਹੈ। ਇਹ ਮਹਾਰਾਜ ਜੀ ਦਾ ਬਹੁਤ ਹੀ ਨਵੇਕਲਾ ਢੰਗ ਹੈ। ਹਰ ਜਨਮ ਮਰਨ ਬਹੀਨ, ਦਸ ਚਾਰ ਚਾਰ ਪ੍ਰਵੀਨ, ਅਕਲੰਕ ਰੂਪ ਅਪਾਰ, ਅਣਛਜ ਤੇਜ ਉਦਾਰ। ਮਹਾਰਾਜ ਕਹਿੰਦੇ ਉਹ ਇਹਨਾਂ ਕਲਪਤ ਸ਼ਕਲਾਂ ਵਿੱਚ ਨਹੀਂ, ਨਾ ਹੀ ਉਹ ਜੰਮਦਾ ਨਾ ਮਰਦਾ ਹੈ। ਉਹ ਤਾਂ 18 ਹੀ ਵਿਦਿਆ ਦਾ ਨਿਪੁੰਨ ਹੈ, ਬੇਅੰਤ ਕਲੰਕਾਂ ਤੋਂ ਪਰੇ ਹੈ। ਉਸ ਦਾ ਤੇਜ ਘਟਦਾ ਨਹੀਂ ਜੋ ਬੇਅੰਤ ਹੈ। ਹਰ ਜਨਮ ਮਰਨ ਬਹੀਨ, ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਦਸ ਚਾਰ ਚਾਰ ਪ੍ਰਵੀਨ, ਉਹ ਪ੍ਰਵੀਨ ਹੈ, ਪਰਫੈਕਟ ਹੈ। ਅਕਲੰਕ ਰੂਪ ਅਪਾਰ, ਉਹ ਕਲੰਕਾਂ ਤੋਂ ਪਰੇ ਹੈ। ਅਣਛਿਜ ਤੇਜ ਉਦਾਰ, ਉਹਦਾ ਜਿਹੜਾ ਤੇਜ ਹੈ ਉਹ ਛਿਜਦਾ ਨਹੀਂ, ਘਟਦਾ ਵੱਧਦਾ ਨਹੀਂ ਹੈ। ਅਣਭਿਜ ਰੂਪ ਦੁਰੰਤ, ਸਭ ਜਗਤ ਭਗਤ ਮਹੰਤ,
ਜਸ ਤਿਲਕ ਭੂ ਪਿਤਰ ਭਾਨ, 10 ਚਾਰ ਚਾਰ ਨਿਧਾਨ। ਕਿਸੇ ਨਾਲ ਕੋਈ ਮੇਲ ਨਹੀਂ, ਉਹ ਨਿਵੇਕਲਾ ਹੈ, ਵੱਖਰਾ ਹੈ, ਉਹਦੇ ਵਰਗਾ ਕੋਈ ਨਹੀਂ। ਸਾਰੇ ਜਗਤ ਦੇ ਸੰਤਾਂ ਭਗਤਾਂ ਦਾ ਵੱਡਕਾ ਬਹੁਤ ਉੱਚਾ, ਉੱਚੇ ਉੱਪਰ ਉੱਚਾ ਨਾਉ। ਸਭ ਤੋਂ ਵੱਡਾ ਮਹੰਤ ਪੂਜਣਯੋਗ, ਵੱਡਿਆਂ ਤੋਂ ਵੱਡਾ ਭਾਵ ਸਭ ਦਾ ਟੀਕਾ ਰੂਪ ਹੈ। ਕਲ ਆਬਾਦੀ ਦਾ ਸੂਰਜ 18 ਵਿਦਿਆ ਦਾ ਖਜ਼ਾਨਾ ਹੈ। ਐਸਾ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸਾ ਇੱਕ ਅਚਰਜ ਵਿਸਮਾਦ ਸਰੂਪ ਹੈ, ਜਿਸ ਬਾਰੇ ਕੋਈ ਵੀ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ। ਇਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਆ ਭਾਈ। ਉਹ ਮਹਾਰਾਜ 10 ਚਾਰ ਚਾਰ ਨਿਧਾਨ, 4 4 2 ਵਾਰੀ ਆਇਆ, 10 ਇੱਕ ਵਾਰੀ ਆਇਆ, 18 ਹੋ ਗਿਆ। ਕਹਿੰਦੇ ਉਹ 18 ਵਿਦਿਆਵਾਂ ਦਾ ਖਜ਼ਾਨਾ ਹੈ। ਨਿਧਾਨ ਨਾਮ ਖਜ਼ਾਨੇ ਦਾ ਹੁੰਦਾ ਹੈ। ਅਕਲੰਕ ਰੂਪ ਅਪਾਰ, ਸਭ ਲੋਕ ਸੋਕ ਵਿਦਾਰ। ਕਲ ਕਾਲ ਕਰਮ ਬਹੀਨ, ਸਭ ਕਰਮ ਧਰਮ ਪ੍ਰਵੀਨ। ਉਹ ਜੋ ਵਾਹਿਗੁਰੂ ਹੈ ਸਾਰੇ ਕਲੰਕਾਂ ਤੋਂ ਪਰੇ ਹੈ, ਪਰੇ ਵਾਲਾ ਰੂਪ ਹੈ ਉਹਦਾ। ਅਕਲੰਕ ਰੂਪ ਅਪਾਰ, ਉਸ ਨੂੰ ਕਿਸੇ ਪ੍ਰਕਾਰ ਦਾ ਕਲੰਕ ਨਹੀਂ ਲੱਗਦਾ ਹੈ। ਸਭ ਲੋਕ ਸੋਕ ਵਿਦਾਰ, ਸਾਰੇ ਲੋਕਾਂ ਦੇ ਸੋਕ ਉਹ ਹਰਨ ਵਾਲਾ ਹੈ। ਸੋਕ ਨਾਮ ਦੁੱਖ ਦਾ ਵੀ ਹੁੰਦਾ ਹੈ ਖਾਲਸਾ ਜੀ, ਸਾਰੇ ਦੁੱਖਾਂ ਨੂੰ ਹਰਨ ਵਾਲਾ ਹੈ। ਕਲ ਕਾਲ ਕਰਮ ਬਹੀਨ, ਉਹ ਵਾਹਿਗੁਰੂ ਕਰਮ ਤੇ ਕਾਲ ਦੀ ਕਲਪਨਾ ਤੋਂ ਬਾਹਰ ਹੈ। ਸਭ ਕਰਮ ਧਰਮ ਪ੍ਰਵੀਨ, ਉਹ ਸੱਚੇ ਪਾਤਸ਼ਾਹ ਵਾਹਿਗੁਰੂ ਸਾਰੇ ਕਰਮਾਂ ਧਰਮਾਂ ਨੂੰ ਜਾਣਨ ਵਾਲਾ ਹੈ। ਬੜੀ ਬਰੀਕੀ ਨਾਲ ਸਮਝਣ ਵਾਲੀ ਗੱਲ ਹੈ ਖਾਲਸਾ ਜੀ। ਅਕਲੰਕ ਰੂਪ ਅਪਾਰ, ਉਸ ਨੂੰ ਕਿਸੇ ਪ੍ਰਕਾਰ ਦਾ ਵੀ ਕਲੰਕ ਨਹੀਂ ਲੱਗਦਾ ਹੈ। ਉਹਦਾ ਜਿਹੜਾ ਰੂਪ ਹੈ ਕਲੰਕ ਤੋਂ ਰਹਿਤ ਹੈ। ਅਕਲੰਕ ਰੂਪ ਅਪਾਰ, ਸਭ ਲੋਕ ਸੋਕ ਵਿਦਾਰ, ਸਾਰੇ ਜਗਤ ਦੇ ਦੁੱਖਾਂ ਨੂੰ ਹਰਨ ਵਾਲਾ ਹੈ। ਕਲ ਕਾਲ ਕਰਮ ਬਹੀਨ, ਉਹ ਵਾਹਿਗੁਰੂ ਮਹਾਰਾਜ ਕਰਮ ਤੇ ਕਾਲ ਦੀ ਕਲਪਨਾ ਤੋਂ ਬਾਹਰ ਹੈ। ਸਭ ਕਰਮ ਧਰਮ ਪ੍ਰਵੀਨ, ਉਹ ਸਾਰੇ ਧਰਮ ਦੇ ਕਰਮਾਂ ਨੂੰ ਜਾਣਨ ਵਾਲਾ ਹੈ। ਪ੍ਰਵੀਨ ਨਾਮ ਅੱਛੀ ਤਰ੍ਹਾਂ ਜਾਣਨ ਵਾਲਾ ਹੈ। ਅਨਖੰਡ ਅਤੁਲ ਅਪਾਰ, ਸਭ ਥਾਪਿਓ ਜਹ ਥਾਪ। ਅਨਖੇਦ ਅਭੇਦ ਅਛੇਦ, ਮੁਖ ਚਾਰ ਗਾਵਤ ਵੇਦ। ਐਸਾ ਵਾਹਿਗੁਰੂ ਨਾ ਕੱਟੇ ਜਾਣ ਵਾਲਾ, ਜਿਸ ਨੂੰ ਕੋਈ ਕੱਟ ਨਹੀਂ ਸਕਦਾ, ਖੰਡਨ ਨਹੀਂ ਕਰ ਸਕਦਾ। ਅਨਖੰਡ ਅਤੁਲ ਪ੍ਰਤਾਪ, ਤੋਲੇ ਜਾਣ ਵਾਲਾ ਉਸ ਦਾ ਪ੍ਰਤਾਪ ਨਹੀਂ ਹੈ। ਸਭ ਥਾਪਿਓ ਜਹ ਥਾਪ, ਉਹ ਵਾਹਿਗੁਰੂ ਜਿਸ ਨੇ ਸਾਰਿਆਂ ਦੀ ਥਾਪਣਾ ਥਾਪੀ ਹੈ। ਅਨਖੇਦ ਭੇਦ ਅਛੇਦ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਨਾ ਉਸ ਨੂੰ ਕੋਈ ਚਿੰਤਾ ਹੈ, ਨਾ ਉਸ ਦਾ ਕਿਸੇ ਨੂੰ ਭੇਤ ਮਿਲਦਾ ਹੈ, ਨਾ ਛੇਦਿਆ ਜਾ ਸਕਦਾ ਹੈ। ਬ੍ਰਹਮਾ 4 ਮੁਖਾਂ ਨਾਲ ਵੇਦਾਂ ਵਿੱਚ ਇਹੀ ਗਾ ਰਿਹਾ, ਇਹੀ ਗਾ ਰਿਹਾ। ਕਹਿੰਦੇ ਮੁਖ 4, ਉਹ 4 ਮੁਖ ਵਾਲਾ ਜਿਹੜਾ ਦੇਵਤਾ ਹੈ, ਉਹ ਵੇਦਾਂ ਦੇ ਵਿੱਚ ਮੁਖ 4 ਗਾਵਤ ਵੇਦ। ਇਸੇ ਚੀਜ਼ ਨੂੰ ਸਮਝਾ ਰਿਹਾ ਵੀ ਜਿਹੜਾ ਉਹ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਜਿਹੜਾ ਉਹ ਖੰਡਨ ਤੋਂ ਰਹਿਤ ਹੈ। ਉਹਦੇ ਪ੍ਰਤਾਪ ਨੂੰ ਕੋਈ ਤੋਲ ਨਹੀਂ ਸਕਦਾ। ਸਾਰਿਆਂ ਦੀ ਥਾਪਨਾ ਉਹਨੇ ਆਪ ਕੀਤੀ ਹੈ। ਇਹੀ ਕਹਿੰਦੇ 4 ਮੁਖਾਂ ਵਾਲਾ ਜਿਹੜਾ ਦੇਵਤਾ ਮੰਨਦੇ ਹੋ, ਇਹੀ ਗਾ ਰਿਹਾ ਹੈ। ਜੈ ਨੇਤ ਨਿਗਮ ਕਹੰਤ,
ਮੁਖਚਾਰ ਬਖਤ ਬੇਅੰਤ ਅਨਭਿਜ ਅਤੁਲ ਅਪਾਰ ਅਨਖੰਡ ਅਮਿਤ ਅਥਾਪ। ਉਹ ਵਾਹਿਗੁਰੂ ਜਿਸ ਨੂੰ ਵੇਦ ਬੇਅੰਤ ਕਹਿੰਦੇ ਹਨ, ਚਾਰ ਮੁਖਾਂ ਵਾਲਾ ਬ੍ਰਹਮਾ ਬੇਅੰਤ ਕਹਿ ਰਿਹਾ ਹੈ ਕਿ ਭਾਈ ਉਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਕਿਸੇ ਨਾਲ ਭਿੱਜਣ ਉਹ ਭਿੱਜਦਾ ਵੀ ਨਹੀਂ, ਤੋਲਿਆ ਵੀ ਨਹੀਂ ਜਾਣ ਵਾਲਾ। ਉਹਦਾ ਪ੍ਰਤਾਪ ਵੀ ਬੇਅੰਤ ਹੈ, ਉਹ ਖੰਡਿਆ ਨਹੀਂ ਜਾਂਦਾ। ਜਿਸ ਦਾ ਪ੍ਰਤਾਪ ਹੈ ਐਸਾ, ਉਹ ਸਾਰਿਆਂ ਨੂੰ ਥਾਪਣ ਵਾਲਾ ਹੈ, ਸਾਰਿਆਂ ਨੂੰ ਬਣਾਉਣ ਵਾਲਾ ਉਹ ਆਪ ਹੀ ਹੈ। ਅਨਖੰਡ ਅਮਿਤ ਅਥਾਪ, ਉਹ ਸਾਰਿਆਂ ਨੂੰ ਥਾਪਣ ਵਾਲਾ ਹੈ। ਜਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ। ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ। ਜਿਸ ਨੇ ਸਾਰੇ ਜਗਤ ਦਾ ਪ੍ਰਸਾਰਾ ਕੀਤਾ ਹੈ। ਜਹ ਕੀਨ ਜਗਤ ਪਸਾਰ, ਇਹ ਸਾਰਾ ਜਿਤਨਾ ਆਪਾਂ ਪ੍ਰਸਾਰਾ ਖਾਲਸਾ ਜੀ ਵੇਖ ਰਹੇ ਆ ਨਾ, ਇਹ ਸਾਰਾ ਖਾਲਸਾ ਜੀ ਉਸੇ ਪਰਮੇਸ਼ਰ ਵਾਹਿਗੁਰੂ ਦਾ ਪ੍ਰਸਾਰਿਆ ਹੋਇਆ। ਜਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ। ਸਭ ਕੁਝ ਬਹੁਤ ਵਿਚਾਰ ਕੇ ਬਣਾਇਆ ਹੈ, ਬਾਰ ਬਾਰ ਵਿਚਾਰ ਕੇ ਬਣਾਇਆ। ਅਨੰਤ ਰੂਪ ਅਖੰਡ, ਜਿਸ ਦਾ ਰੂਪ ਬੇਅੰਤ ਹੈ ਅਤੇ ਨਾ ਖੰਡੇ ਜਾਣ ਵਾਲਾ। ਖਾਲਸਾ ਜੀ ਇਹ ਬਾਰ ਬਾਰ ਮਹਾਰਾਜ ਇਸ ਚੀਜ਼ ਤੇ ਚੋਟ ਕਰ ਰਹੇ ਹੈ। ਕਿਉਂ ਕਰ ਰਹੇ? ਕਿਉਂਕਿ ਖਾਲਸਾ ਜੀ ਸਭ ਕੁਝ ਇਹ ਸ੍ਰਿਸ਼ਟੀ ਦਾ ਚਲਾਏਮਾਨ ਹੈ, ਖੰਡਨ ਹੈ। ਇੱਕ ਦਿਨ ਇਹ ਸਾਰਾ ਕੁਝ ਖਤਮ ਹੋ ਜਾਏਗਾ। ਸਿਰਫ ਤੇ ਸਿਰਫ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹੈ, ਜਿਹਦਾ ਕੋਈ ਖੰਡਨ ਨਹੀਂ ਹੋਵੇਗਾ, ਕੋਈ ਅੰਤ ਨਹੀਂ ਹੋਵੇਗਾ। ਤਾਂ ਮਹਾਰਾਜ ਸਾਨੂੰ ਇਹ ਬਾਰ ਬਾਰ ਦ੍ਰਿੜ ਕਰਾ ਰਹੇ ਹੈ ਵੀ ਉਹ ਖੰਡੇ ਜਾਣ ਵਾਲਾ ਨਹੀਂ, ਜਿਹਦਾ ਬਹੁਤ ਤੇਜ ਪ੍ਰਤਾਪ ਹੈ। ਬੜੇ ਬੜੇ ਰਿਸ਼ੀ ਮੁਨੀਆਂ ਤੋਂ ਉਹਦਾ ਪ੍ਰਤਾਪ ਨਹੀਂ ਚੱਲਿਆ ਜਾਂਦਾ, ਦੇਵਤਿਆਂ ਤੋਂ। ਉਹਦੇ ਚਿਹਰੇ ਦੇ ਮੂਹਰੇ ਜਦੋਂ ਪ੍ਰਗਟ ਹੁੰਦਾ ਅੱਖ ਨਹੀਂ ਖੁੱਲ੍ਹਦੀ, ਐਸਾ ਤੇਜ ਪ੍ਰਤਾਪ ਵਾਲਾ ਹੈ। ਸੋ ਗੁਰੂ ਕੇ ਪਿਆਰਿਓ, ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਐਸੇ ਜਿਸ ਨੂੰ ਮਹਾਰਾਜ ਅਤੁੱਲ ਪ੍ਰਤਾਪ ਪ੍ਰਚੰਡ ਕਹਿ ਰਹੇ ਹੈ, ਐਸਾ ਗਿਆਨ ਪ੍ਰਚੰਡ ਗਿਆਨ ਸਾਡੇ ਹਿਰਦੇ ਵਿੱਚ ਵੀ ਪ੍ਰਗਟ ਹੋ ਜਾਵੇ। ਮਹਾਰਾਜ ਸਾਡੇ 'ਤੇ ਕਿਰਪਾ ਕਰ ਦੇਣ, ਸਾਡੇ ਲੋਕ ਤੇ ਪ੍ਰਲੋਕ ਸਵਰ ਜਾਣ। ਸਾਨੂੰ ਇਹ ਜੋ ਬਾਣੀ ਹੈ ਅਕਾਲ ਉਸਤਤ, ਇਹਦਾ ਸਿਧਾਂਤ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਨੂੰ ਸਮਝ ਲੱਗੇ। ਸੋ ਭਾਈ ਦਾਸ ਦੇ ਇੰਨੇ ਹੀ ਉਪਰਾਲੇ ਹਨ। ਕਥਾ ਵਾਰਤਾ ਕਰਦਿਆਂ ਤੋਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ, ਕਿਉਂਕਿ ਖਾਲਸਾ ਜੀ ਗੁਰੂ ਕੀ ਬਾਣੀ ਅਗਾਧ ਬੋਧ ਹੈ, ਅਗੰਮ ਹੈ, ਗੋਚਰ ਹੈ। ਇਹਦੇ ਤਾਈ ਪਹੁੰਚਣਾ ਪੂਰੀ ਤਰ੍ਹਾਂ ਅਸੰਭਵ ਹੈ। ਸੋ ਤਾਂ ਦਾਸ ਦੀ ਤੁਛ ਬੁੱਧੀ ਹੈ ਭਾਈ। ਜਿੰਨੀਆਂ ਕੁ ਬੇਨਤੀਆਂ ਕੀਤੀਆਂ ਪ੍ਰਵਾਨ ਕਰਿਓ। ਸਮਾਂ ਯਾਤ ਨਹੀਂ ਦੇ ਰਿਹਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਸਮਾਪਤੀ ਹੈ ਜੀ। ਕੱਲ੍ਹ ਨੂੰ ਆਪਾਂ ਫੇਰ ਇਸ ਤੋਂ ਅੱਗੇ ਜੋ ਮਹਾਰਾਜ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਗਿਆਨ ਬਖਸ਼ਣਗੇ, ਰਲ ਮਿਲ ਕੇ ਉਹਦੀ ਵਿਚਾਰ ਕਰ ਲਵਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।